कर फोरत रीस सेरा, प्रभु पुर किया बयाना। तेग बहादुर सीखिया, कहीं न गिनो आना। तेग बहादुर के चलता, आयो जगत कौ सोवा। है सब जग भयो, जय 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 सरोगा। तेग बहादुर सिंघरिया, कर कौन दियावे धाये। सब थाई होए सहाय, पह काहू को देत नह पैमान त्याना। तब तो चौबड़ शतर दे मालक, जीव दुनिया दे वाली, राजान राज भानान भान, देवान देव उपमा महान। ऐसे सतगुरु धन धन साहिब श्री गुरु ग्रंथ साहिब जी महाराज, तिन्हां दी पावन ते पवित्र हजूरी अंदर सुभाईमान गुरु रूप गुरु प्यारी साध संगत दी सब तो पहला गुरु चरणों के विच हाजरी लवाइए। प्रेम सहित आखो जी वाहिगुरू जी का खालसा, वाहिगुरू जी की फतेह। पै काहू को देत नह पैमान आन। असीं कल धन गुरु तेग बहादुर महाराज जी का बचपन दीआं जिहड़ियां साखियां वो सरवण कीतियां ने। ते कल इत्थे इतिहास छड्डिया सी कि जिहड़ा धन गुरु तेग बहादुर महाराज जी के जीवन के अंदर वीर रस है। उन्हां दी बाणी का शब्द है, भै काहू को देत नह पैमान त्यान। कि उन्हां दे जीवन के अंदर जिहड़ा वीर रस है वो इतिहासक साखियां राहीं प्रगट हो रहा है। क्योंकि ये सानू सारिਆਂ ਨੂੰ पता है कि धन गुरु तेग बहादुर महाराज जी वराग की मूर्त ने। क्योंकि असी हमेशा ही साडे मुख तो ही लफ्ज निकलते कि वरागमई सलोक, कि जिहड़े असी भोग के टाइम पढ़ते हैं वरागमई सलोक। पर वो वरागमई सलोकां के अंदर जिहड़ा धन गुरु तेग बहादुर महाराज जी के अंदर एक वीर रस है वो भी प्रगट हो रहा है। वीर रस भी जन्म लै रहा है। हुण कल आपां करतारपुर की जंग की गल की है। समकाली कवि है तो उस समकाली कवि फारसी की किताब के अंदर जिहड़े उन्हें लफ्ज अंकित किए कि जो धन गुरु हरगोबिंद पातशाह जी काली खां के नाल लड़ रहे, जतनी नेस्त बोलो जतनी अस्त। ਜਦੋਂ ਉਹ ਇਹ ਗੱਲ ਕਹਿੰਦੇ ਨੇ कि बंदिया पुत्रा वार इदा नहीं करीदा, इदा करीदा है, ਉਹਦੇ ਤੋਂ ਅੱਗੇ ਚੱਲਦੇ ਆ। ਹੁਣ ਕਹਿੰਦੇ ਇਹ ਜਿਹੜੀ ਕਰਤਾਰਪੁਰ ਸਾਹਿਬ ਦੀ ਜੰਗ ਹੈ ਨਾ, ਇਹ ਕਰਤਾਰਪੁਰ ਸ਼ਹਿਰ ਦੇ ਵਿੱਚ ਹੋਈ ਹੈ ਤੇ ਲੋਕਾਂ ਨੇ ਇਸ ਜੰਗ ਦਾ ਜਿਹੜਾ ਆਨੰਦ ਹੈ ਆਪਣੇ ਘਰਾਂ ਦੇ ਕੋਠਿਆਂ ਦੇ ਉੱਪਰ ਚੜ੍ਹ ਕੇ ਇਸ ਜੰਗ ਦਾ ਆਨੰਦ ਮਾਣਿਆ। ਤੇ ਕਹਿੰਦੇ ਉਹਨਾਂ ਦੇ ਵਿੱਚੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮਾਤਾ ਜੀ ਬੇਬੇ ਨਾਨਕੀ ਜੀ। ਹੁਣ ਮਾਤਾ ਨਾਨਕੀ ਜੀ ਉਹ ਵੀ ਵੇਖ ਰਹੇ ਨੇ ਕੋਠੇ ਤੇ ਚੜ੍ਹ ਕੇ ਉਸ ਜੰਗ ਦਾ ਜਿਹੜਾ ਦ੍ਰਿਸ਼ ਹੈ ਉਹ ਮਾਣ ਰਹੇ ਨੇ। ਉਹਨਾਂ ਨੇ ਨਾ ਇੱਕ ਮੇਵਰੀ ਨੂੰ ਭਾਵ ਇੱਕ ਸਿੱਖ ਨੂੰ ਸੁਨੇਹਾ ਲਾਇਆ ਹੈ। ਕਹਿੰਦੇ ਕਿ
13.5 ਸਾਲ ਦੀ ਉਮਰ ਹੈ ਉਸ ਸਮੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ, ਕਿ ਉਸ ਮੇਵੜੇ ਨੂੰ ਕਹਿ ਰਹੀ ਹੈ ਮਾਤਾ ਨਾਨਕੀ ਕਿ ਉਹਨਾਂ ਦੀ ਉਮਰ ਬਹੁਤ ਨਿੱਕੀ ਹੈ, ਸਵੇਰ ਤੋਂ ਜੰਗ ਚਾਲੂ ਹੋਈ ਹੈ, ਸ਼ਾਮਾਂ ਪੈ ਗਈਆਂ ਹੈ, ਰਾਤ ਪੈਣ ਵਾਲੀ ਹੈ, ਦਿਨ ਢਲਣ ਵਾਲਾ ਹੈ, ਤੇ ਕਿੰਨਾ ਲੰਮਾ ਸਮਾਂ ਹੋ ਗਿਆ ਏ ਬਾਲਕ ਤੇਗ ਬਹਾਦਰ ਜੰਗ ਦੇ ਮੈਦਾਨ ਦੇ ਅੰਦਰ ਲੜ ਰਹੇ ਨੇ। ਉਹਨਾਂ ਨੂੰ ਜਾ ਕੇ ਕਹੋ ਕਿ ਉਹ ਜੰਗ ਦੇ ਮੈਦਾਨ ਦੇ ਵਿੱਚੋਂ ਵਾਪਸ ਆ ਜਾਣ। ਇਹ ਮਾਤਾ ਨਾਨਕੀ ਨੇ ਮੇਵੜੇ ਦੇ ਰਾਹੀਂ ਸੁਨਾਹ ਭੇਜਿਆ ਜੰਗ ਦੇ ਮੈਦਾਨ ਦੇ ਅੰਦਰ। ਸਮਕਾਲੀ ਸਰੂਪ ਦੀ ਗੱਲ ਕਰ ਰਹੇ ਹੁਣ ਜਦੋਂ ਉਹ ਮੇਵੜਾ ਜਿਹੜਾ ਸਿੱਖ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਪਹੁੰਚਦਾ ਹੈ ਜਾ ਕੇ, ਤੇ ਜਾ ਕੇ ਕਹਿੰਦਾ ਕਿ ਤੁਹਾਡੇ ਮਾਤਾ ਜੀ ਨਾ ਇਸ ਤਰ੍ਹਾਂ ਕਹਿ ਰਹੇ ਆ ਕਿ ਜੰਗ ਛੱਡ ਕੇ ਵਾਪਸ ਆ ਜਾਓ, ਉਮਰ ਨਿੱਕੀ ਹੈ, ਸਰੀਰ ਥੱਕ ਗਿਆ ਹੋਵੇਗਾ। ਹੁਣ ਵੇਖੋ ਇਹ ਜਿਹੜੀ ਸ਼ਸਤਰ ਦੀ ਸਿੱਖਿਆ ਪਤਾ ਕੀ ਹੋ ਰਹੀ ਹੈ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ 6 ਗੁਰੂਆਂ ਦੇ ਦਰਸ਼ਨ ਕੀਤੇ ਆ। ਹੁਣ ਜਦੋਂ ਅਸੀਂ ਚਾਹੇ ਉਹ ਗੁਰੂ ਨਹੀਂ ਬਣੇ, ਪਰ ਉਹਨਾਂ ਦਾ ਜਿਹੜਾ ਤਨ ਜਦੋਂ ਪ੍ਰਗਟ ਹੋ ਗਿਆ, ਉਹਨਾਂ ਦੇ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਨੇ ਵੇਖੋ ਕਿੰਨੇ ਗੁਰੂਆਂ ਦੇ ਦਰਸ਼ਨ ਕੀਤੇ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਿਰਾਏ ਪਾਤਸ਼ਾਹ ਜੀ ਦੇ ਵੀ ਦਰਸ਼ਨ ਕੀਤੇ। ਹੁਣ ਬਾਬਾ ਬੁੱਢਾ ਸਾਹਿਬ ਜੀ ਨੇ ਸ਼ਸਤਰ ਵਿਦਿਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਆਪ ਆਪਣੇ ਹੱਥੀਂ ਸਿਖਾਈ ਹੈ, ਤੇ ਇਹਦਾ ਮਤਲਬ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੀ ਦਰਸ਼ਨ ਕੀਤੇ ਹੋਣਗੇ। ਜਿਹੜੀ ਸ਼ਸਤਰ ਦੀ ਵਿਦਿਆ ਹੈ ਉਹ ਸ਼ਸਤਰ ਦੀ ਵਿਦਿਆ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸਿਖਾਈ ਹੈ। ਇਹਦਾ ਨਾਮ ਤਿਆਗ ਮੱਲ ਵੀ ਇਤਿਹਾਸ ਦੇ ਵਿੱਚ ਆਉਂਦਾ ਹੈ ਬਹੁਤ ਸਾਰੇ ਸਰੂਪਾਂ ਦੇ ਵਿੱਚ, ਕਿ ਤਿਆਗ ਦੀ ਜੂਤ ਨੇ, ਵਰਾਗ ਦੇ ਵਿੱਚ ਰਹਿੰਦੇ ਨੇ। ਹੁਣ ਜੰਗ ਦੇ ਮੈਦਾਨ ਦੇ ਵਿੱਚ ਲੜ ਰਹੇ ਨੇ, ਤਲਵਾਰ ਦੇ ਜਿਹੜੇ ਜੌਹਰ ਨੇ ਉਹ ਵਿਖਾ ਰਹੇ ਨੇ, ਤੇ ਮੇਵੜਾ ਜਾ ਕੇ ਕਹਿ ਰਿਹਾ ਕਿ ਮਾਤਾ ਨਾਨਕੀ ਆ ਬਚਨ ਕਹਿ ਰਹੀ ਹੈ। ਤੇ ਜਦੋਂ ਅੱਗੇ ਜਵਾਬ ਪਤਾ ਕਿਹੜਾ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਜਿਹੜਾ ਅਸੀਂ ਸ਼ਲੋਕਾਂ ਦੇ ਵਿੱਚ ਪੜ੍ਹਦੇ ਹਾਂ, ਭੈ ਕਾਹੂ ਕੋ ਦੇਖਣਾ ਨਹਿ ਭੈ ਮਾਨਤ ਆਨ। ਉਹ ਜਿਹੜਾ ਵੀਰ ਰਸ ਉਹਨਾਂ ਦੇ ਜੀਵਨ ਦੇ ਅੰਦਰ ਉਹ ਜਵਾਬ ਦਿੰਦੇ ਨੇ, ਕਹਿੰਦੇ ਰਨ ਛੋੜ ਆਤ ਇਹੋ ਸੂਰ ਧਰਮ ਨਾਹੀ। ਇਤਿਹਾਸਕ ਬਚਨ ਨੇ, ਕਹਿੰਦੇ ਰਨ ਛੋੜ ਆਤ ਇਹੋ ਸੂਰ ਧਰਮ ਨਾਹੀ। ਕਹਿੰਦੇ ਇਹ ਸੂਰਮੇ ਦਾ ਧਰਮ ਨਹੀਂ ਹੈ ਕਿ ਉਹ ਰਨ ਜੂਝ ਦੇ ਮੈਦਾਨ ਦੇ ਅੰਦਰ ਜਿੱਥੇ ਮਰਦਾਂ ਦਾ ਅਖਾੜਾ ਲੱਗਾ ਹੋਵੇ, ਜਿੱਥੇ ਆਪਸ ਦੇ ਵਿੱਚ ਵੈਰੀ ਦੁਸ਼ਮਣ ਦੇ ਨਾਲ ਜੰਗ ਲੱਗੀ ਹੋਵੇ, ਕਿ ਉਹ ਮੈਦਾਨ ਛੱਡ ਕੇ ਸੂਰਮਾ ਵਾਪਸ ਆ ਜਾਵੇ। ਇਹ ਸੂਰਮੇ ਦਾ ਧਰਮ ਨਹੀਂ ਹੈ, ਇਹ ਮੇਵੜੇ ਦੇ ਹੱਥ ਸੁਨਾਹ ਭੇਜਿਆ। ਤੇ ਦੂਸਰੀ ਗੱਲ ਕੀ ਹੈ? ਦੂਸਰੀ ਗੱਲ ਕਹਿੰਦੇ ਨੇ ਕਿ ਸੂਰਮਾ 2 ਸ਼ਰਤਾਂ ਦੇ ਨਾਲ ਵਾਪਸ ਹੁੰਦਾ ਹੈ ਜੰਗ ਦੇ ਮੈਦਾਨ ਦੇ ਵਿੱਚੋਂ। ਉਹ 2 ਸ਼ਰਤਾਂ ਕਿਹੜੀਆਂ ਨੇ? ਜਾਂ ਹਟੇ ਜੰਗ ਨਹਿ ਹਟੇ ਤਨ। ਕਹਿੰਦੇ 2 ਸ਼ਰਤਾਂ ਦੇ ਨਾਲ ਜਿਹੜਾ ਸੂਰਮਾ ਹੈ ਉਹ ਜੰਗ ਦੇ ਮੈਦਾਨ ਦੇ ਵਿੱਚੋਂ ਵਾਪਸ ਆਵੇਗਾ। ਜਾਂ ਤੇ ਜੰਗ ਫਤਿਹ ਕਰਕੇ ਇੱਕ ਸੂਰਮਾ ਜਰਨੈਲ ਬਣ ਕੇ, ਇੱਕ ਮਰਦ ਬਣ ਕੇ ਜੰਗ ਫਤਿਹ ਕਰਕੇ ਜੰਗ ਦੇ ਮੈਦਾਨ ਦੇ ਵਿੱਚੋਂ ਵਾਪਸ ਆਉਂਦਾ ਹੈ, ਤੇ ਜਾਂ ਆਪਣਾ ਤਨ ਤਿਆਗ ਕੇ ਸ਼ਹੀਦ ਦੇ ਰੂਪ ਦੇ ਵਿੱਚ ਵਾਪਸ ਆਉਂਦਾ ਹੈ। ਕਹਿੰਦੇ ਇਹਨਾਂ 2 ਸ਼ਰਤਾਂ ਤੋਂ ਬਿਨਾਂ ਸੂਰਮਾ ਵਾਪਸ ਨਹੀਂ ਹੁੰਦਾ। ਇਹ ਉਹਨਾਂ ਦੇ ਜੀਵਨ ਦਾ ਵੀਰ ਰਸ ਹੈ। ਹੁਣ ਕੱਲ ਅਸੀਂ ਇੱਕ ਘਟਨਾ ਜਿਹੜੀ ਸਰਵਣ ਕੀਤੀ ਹੈ, ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰੇ ਸੁਪੁੱਤਰ ਜਨਮ ਲੈਂਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਹੁਣ ਉੱਥੇ ਵੀ ਵੀਰ ਰਸ ਦੀ ਗੱਲ ਹੁੰਦੀ ਹੈ। ਜਦੋਂ ਪਟਨੇ ਸ਼ਹਿਰ ਦੇ 2 ਨਵਾਬ ਨੇ, ਰਹੀਮ ਬਖਸ਼ ਤੇ ਕਰੀਮ ਬਖਸ਼, ਇਹ ਦੋਵੇਂ ਗੁਰੂ ਘਰ ਦੇ ਸ਼ਰਧਾਲੂ ਨੇ, ਪਰ ਨਵਾਬੀ ਦਾ ਹੰਕਾਰ ਹੁੰਦਾ ਹੈ। ਕਿਸੇ ਨੂੰ ਕੋਈ ਅਹੁਦਾ ਮਿਲਦੇ ਦਾ ਹੰਕਾਰ ਥੋੜਾ ਬਹੁਤਾ ਹੋ ਜਾਂਦਾ। ਇਸੇ ਤਰ੍ਹਾਂ ਉਹ ਨਵਾਬੀ ਦਾ ਥੋੜਾ ਬਹੁਤਾ ਹੰਕਾਰ ਹੈ, ਤੇ ਧੰਨ ਗੁਰੂ ਗੋਬਿੰਦ ਰਾਏ ਉਹਨੂੰ ਸਲਾਮ ਨਹੀਂ ਕਰਦੇ। ਤੇ ਜਦੋਂ ਇਹ ਸ਼ਿਕਾਇਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਪਹੁੰਚਦੀ ਹੈ, ਕੱਲ ਅਸੀਂ ਸਰਵਣ ਕੀਤਾ ਹੈ, ਜਦੋਂ ਪਹੁੰਚਦੀ ਹੈ ਸ਼ਿਕਾਇਤ, ਤੇ ਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਮੁਖ ਤੋਂ ਇੱਕੋ ਵਚਨ ਕਹਿੰਦੇ ਨੇ, ਗੋਬਿੰਦ ਜੋ ਕੀਆ ਭਲਾ ਕੀਆ, किसी नवाब को सलाम नहीं करनी। ये वचन इतिहासिक वचन ने। ਜਦੋਂ ਜਾ ਕੇ ਸ਼ਿਕਾਇਤ ਕੀਤੀ ਨਾ ਕਿ ਗੋਬਿੰਦ ਰਾਏ ਸਲਾਮ ਨਹੀਂ ਕਰਦੇ ਨਵਾਬ ਨੂੰ, ਸਾਰੇ ਜਾਣੇ ਸਖਤ ਸਲਾਮਾਂ ਕਰਦੇ ਨੇ, ਸਿਰ ਝੁਕਾਉਂਦੇ ਨੇ,
ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ, ਗੋਬਿੰਦ ਜੋ ਕੀਆ ਭਲਾ ਕੀਆ, ਕਿसी ਨਵਾਬ ਕੋ ਸਲਾਮ ਨਹੀਂ ਕਰਨੀ। ਕਹਿੰਦੇ ਕਿਸੇ ਨਵਾਬ ਦੇ ਅੱਗੇ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਬਣਨਾ ਹੈ, ਕਿਸੇ ਨਵਾਬ ਦੇ ਅੱਗੇ ਸਿਰ ਨਹੀਂ ਝੁਕਣਾ ਚਾਹੀਦਾ। ਇਹ ਵੀਰ ਰਸ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦਾ। ਜਿਸ ਤਰ੍ਹਾਂ ਜੰਗ ਦੇ ਮੈਦਾਨ ਦੇ ਅੰਦਰ ਮੇਵੜਾ ਪਹੁੰਚਿਆ ਹੈ ਮਾਤਾ ਨਾਨਕੀ ਦਾ ਹੁਕਮ ਲੈ ਕੇ, ਤੇ ਇੱਕੋ ਬਚਨ ਮੁਖ ਤੋਂ ਕਹੇ ਨੇ, ਕਹਿੰਦੇ ਇਹ ਸੂਰਮੇ ਦਾ ਧਰਮ ਨਹੀਂ ਆ, ਸੂਰਮਾ ਜੰਗ ਫਤਿਹ ਕਰਕੇ ਆਉਂਦਾ ਹੈ ਜਾਂ ਤਨ ਤੇ ਆਪ ਕੇ ਸ਼ਹੀਦ ਦੇ ਰੂਪ ਦੇ ਵਿੱਚ ਘਰੇ ਆਵੇਗਾ। ਇਹਨਾਂ ਦੋ ਸ਼ਰਤਾਂ ਤੋਂ ਬਿਨਾਂ ਸੂਰਮਾ ਘਰ ਦੇ ਵਿੱਚ ਨਹੀਂ ਹੁੰਦਾ। ਹੁਣ ਸਮਾਂ ਬਤੀਤ ਹੁੰਦਾ ਹੈ, ਸਾਡੇ ਇਤਿਹਾਸਕ ਸਰੋਤ ਕਹਿੰਦੇ ਨੇ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਬਹੁਤ ਸਮਾਂ ਰਹੇ, ਕਿਉਂਕਿ ਉੱਥੇ ਨਾਨਕੇ ਨੇ, ਨਾਨਕਿਆਂ ਦੀ ਧਰਤੀ ਹੈ, ਉੱਥੇ ਬਹੁਤ ਸਮਾਂ ਰਹੇ ਨੇ ਤੇ ਵਿਰਾਗ ਦੇ ਵਿੱਚ ਰਹਿੰਦੇ ਨੇ। ਹੁਣ ਬਹੁਤਿਆਂ ਦੇ ਮੁਖ ਤੋਂ ਇਹ ਬਚਨ ਨਿਕਲਦੇ ਨੇ, ਇਤਿਹਾਸ ਦੇ ਵਿੱਚ ਵੀ ਆਉਂਦਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਿਰਾਗ ਦੇ ਵਿੱਚ ਰਹਿੰਦੇ ਨੇ, ਨਾ ਹੀ ਕਿਸੇ ਦੇ ਨਾਲ ਬਹੁਤਾ ਬੋਲਦੇ ਨੇ। ਭਗਤ ਕਬੀਰ ਸਾਹਿਬ ਜੀ ਦਾ ਨਾ ਇੱਕ ਸ਼ਬਦ ਹੁੰਦਾ ਹੈ ਬਾਣੀ ਦੇ ਅੰਦਰ, ਕਹਿੰਦੇ ਸੰਤ ਮਿਲੈ ਕਿਛ ਸੁਣੀਐ, ਕਹੀਐ ਮਿਲੈ ਅਸੰਤ ਮਸਤ ਕਰ ਰਹੀ। ਬਾਬਾ ਬੋਲਣਾ ਕਿਆ ਕਹੀਐ, ਜੈਸੇ RAM ਨਾਮ ਰਵ ਰਹੀ। ਹੁਣ ਇਹ ਇੱਕ ਸੰਤ ਦੀ ਅਵਸਥਾ ਹੈ ਜਿਹਦੇ ਅੰਦਰ ਬੰਦਗੀ ਵਸ ਜਾਂਦੀ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਆਪਣੇ ਪਵਿੱਤਰ ਸਵਈਆਂ ਦੇ ਅੰਦਰ ਨਾ ਕੁਝ ਉਦਾਹਰਨਾਂ ਦਿੰਦੇ, ਕਹਿੰਦੇ ਵੇਖੋ ਇੱਕ ਬੰਦਾ ਕੁਝ ਖਾ ਰਿਹਾ ਆਪਣੇ ਮੁਖ ਦੇ ਨਾਲ, ਉਹਦਾ ਜਿਹੜਾ ਮੁਖ ਹੈ ਨੱਕਾ ਨੱਕ ਭਰਿਆ ਹੋਇਆ ਹੈ, ਤੇ ਜੇਕਰ ਆਪਾਂ ਨੂੰ ਕੋਈ ਸਵਾਲ ਪੁੱਛਾਂਗੇ, ਕੋਈ ਪ੍ਰਸ਼ਨ ਪੁੱਛਾਂਗੇ, ਉਹ ਕਦੀ ਵੀ ਬੋਲੇਗਾ ਨਹੀਂ, ਕਿਉਂਕਿ ਉਹਦਾ ਜਿਹੜਾ ਮੂੰਹ ਹੈ ਉਹ ਕੋਈ ਨਾ ਕੋਈ ਰਸ ਮਾਣ ਰਿਹਾ ਹੈ। ਉਹਦਾ ਜਿਹੜਾ ਮੂੰਹ ਹੈ ਭੋਜਨ ਦੇ ਨਾਲ ਭਰਿਆ ਹੋਇਆ ਹੈ, ਉਹ ਬੋਲ ਨਹੀਂ ਸਕਦਾ। ਹੁਣ ਦੂਸਰੀ ਉਦਾਹਰਨ ਦਿੰਦੇ ਨੇ ਜਿਨ੍ਹਾਂ ਦੀਆਂ ਸੁਰਤੀਆਂ ਬਿਰਤੀਆਂ ਪਰਮੇਸ਼ਰ ਦੇ ਨਾਲ ਜੁੜ ਜਾਂਦੀਆਂ ਨੇ। ਕਹਿੰਦੇ ਵੇਖੋ ਜਿਹੜਾ ਭੰਵਰਾ ਹੁੰਦਾ ਨਾ, ਉਹ ਫੁੱਲ ਦੇ ਆਲੇ ਦੁਆਲੇ ਪਰਿਕਰਮਾ ਕਰੀ ਜਾਂਦਾ ਏ, ਉਹਦੇ ਜਿਹੜੇ ਪੰਖੜੇ ਨੇ ਉਹਨਾਂ ਦੀ ਆਵਾਜ਼ ਆਉਂਦੀ ਹੈ। ਕਹਿੰਦੇ ਉਦੋਂ ਆਵਾਜ਼ ਉਹਦੀ ਖਤਮ ਹੋ ਜਾਂਦੀ ਜਦੋਂ ਉਹ ਫੁੱਲ ਦਾ ਰਸ ਮਾਰਨ ਲੱਗ ਪੈਂਦਾ ਹੈ। ਜਦੋਂ ਫੁੱਲ ਦਾ ਰਸ ਚੂਸਣ ਲੱਗ ਪਿਆ, ਕਹਿੰਦੇ ਉਦੋਂ ਭੰਵਰੇ ਦੀ ਉਹ ਪੰਖੜਿਆਂ ਦੀ ਆਵਾਜ਼ ਨਹੀਂ ਆਉਂਦੀ। ਹੁਣ ਤੀਸਰੀ ਉਦਾਹਰਨ ਦਿੰਦੇ, ਕਹਿੰਦੇ ਸਿੱਪੀ ਹੁੰਦੀ ਆ ਨਾ ਸਮੁੰਦਰਾਂ ਦੇ ਵਿੱਚ, ਤੇ ਕਹਿੰਦੇ ਜਦੋਂ ਉਹਦਾ ਵੈਸੇ ਤੇ ਮੂੰਹ ਖੁੱਲਾ ਹੁੰਦਾ ਹੈ, ਤੇ ਜਦੋਂ ਉਹਦੇ ਵਿੱਚ ਆ ਕੇ ਸਮਾਂਤੀ ਬੂੰਦ ਪੈ ਜਾਂਦੀ, ਉਹ ਸਿੱਪੀ ਤੋਂ ਮੋਤੀ ਬਣ ਜਾਂਦਾ, ਉਹ ਸਿੱਪੀ ਦਾ ਮੂੰਹ ਵੀ ਬੰਦ ਹੋ ਜਾਂਦਾ ਜਦੋਂ ਸਮਾਂਤੀ ਬੂੰਦ ਪੈ ਗਈ ਉੱਥੇ। ਹੁਣ ਕਹਿੰਦੇ ਇਸੇ ਤਰ੍ਹਾਂ ਜਿਹੜੇ ਸਾਧੂ ਨੇ, ਭੰਵਰਾ ਬਹੁਤ ਆਵਾਜ਼ਾਂ ਕਰ ਰਿਹਾ ਹੈ, ਭੰਵਰੇ ਦੀ ਪੰਖੜੀਆਂ ਦੀ ਬਹੁਤ ਆਵਾਜ਼ ਹੈ, ਪਰ ਕਹਿੰਦੇ ਉਦੋਂ ਉਹ ਸ਼ਾਂਤ ਹੋ ਗਿਆ, ਉਦੋਂ ਉਹਦਾ ਹਿਰਦਾ ਸਹਿਜ ਦੇ ਵਿੱਚ ਹੋ ਗਿਆ ਜਦੋਂ ਉਹ ਰਸ ਮਾਨਣ ਲੱਗ ਪਿਆ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ, ਜਿਨ੍ਹਾਂ ਦੀ ਸੁਰਤੀ ਬਿਰਤੀ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਜੁੜ ਗਈ, ਜਿਸ ਤਰ੍ਹਾਂ ਇੱਕ ਭਰੇ ਮੂੰਹ ਵਾਲਾ ਬੰਦਾ ਬੋਲ ਨਹੀਂ ਨਾ ਸਕਦਾ, ਇਸੇ ਤਰ੍ਹਾਂ ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਬੰਦਗੀ ਦਾ ਵਾਸਾ ਹੋ ਜਾਂਦਾ ਹੈ, ਸੁਰਤੀ ਪਰਮੇਸ਼ਰ ਦੇ ਅੰਦਰ ਜੁੜ ਜਾਂਦੀ ਹੈ, ਉਹ ਮੁਖ ਤੋਂ ਬਹੁਤ ਘੱਟ ਬੋਲਦੇ। ਭੰਵਰਾ ਪਹਿਲਾਂ ਰੌਲਾ ਜ਼ਰੂਰ ਪਾਉਂਦਾ ਹੈ ਜਦੋਂ ਫੁੱਲ ਦੇ ਰਸ ਦੇ ਵਿੱਚ ਮਗਨ ਹੋ ਗਿਆ, ਬਾਅਦ ਦੇ ਵਿੱਚ ਨਹੀਂ ਬੋਲਦਾ। ਸਿੱਪੀ ਦਾ ਮੂੰਹ ਉਨਾ ਚਿਰ ਖੁੱਲਾ ਹੈ ਜਿੰਨਾ ਚਿਰ ਸਵਾਂਤੀ ਬੂੰਦ ਨਹੀਂ ਪੈਂਦੀ। ਜਦੋਂ ਸਵਾਂਤੀ ਬੂੰਦ ਉਹਦੇ ਮੁਖ ਦੇ ਵਿੱਚ ਪੈ ਗਈ, ਫਿਰ ਸਿੱਪੀ ਦਾ ਮੂੰਹ ਵੀ ਬੰਦ ਹੋ ਜਾਂਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰਿਆਂ ਦੀ ਜਦੋਂ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਰਹੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਕਹਿੰਦੇ ਉੱਥੇ ਐ ਬਿਲਕੁਲ ਸ਼ਾਂਤ ਭੋਰੇ ਦੇ ਵਿੱਚ ਰਹਿ ਕੇ ਤਪੱਸਿਆ ਕੀਤੀ ਹੈ ਤੇ ਦੁਨੀਆ ਦੇ ਲੋਕਾਂ ਨੂੰ ਤਾਰਿਆ ਹੈ। ਤੇ ਇਹ ਅਵਸਥਾ ਉਹਨਾਂ ਦੀ ਬਣ ਗਈ ਹੈ, ਸੰਤ ਮਿਲੈ ਕਿਛ ਸੁਣੀਐ ਕਹੀਐ। ਜੇਕਰ ਤੇ ਕੋਈ ਪਰਮੇਸ਼ਰ ਦਾ ਪਿਆਰਾ ਹੁੰਦਾ ਨਾ ਸੰਤ, ਜਿਹਦੇ ਅੰਦਰ ਸਹਿਜ ਹੈ, ਨਿਮਰਤਾ ਹੈ, ਜ਼ਿੰਦਗੀ ਦਾ ਤਿਆਗ ਹੈ। ਹੁਣ ਸੰਤ ਲਫ਼ਜ਼ ਦੇ ਅਰਥ ਹੀ ਬਣਦੇ ਹਨ ਸੱਸੇ ਤੋਂ ਸਹਿਜ, ਉੱਪਰ ਜਿਹੜੀ ਟਿੱਪੀ ਲੱਗੀ ਹੈ ਉਹ ਨੰਨੇ ਦਾ ਰੂਪ ਧਾਰਨ ਕਰਦੀ ਹੈ, ਨਿਮਰਤਾ ਤੇ ਤਪੇ ਤੋਂ ਤਿਆਗ, ਜਿਹਦੇ ਅੰਦਰ ਇਹ ਤਿੰਨ ਗੁਣ ਨੇ, ਉਹਨੂੰ ਸੰਤ ਕਿਹਾ ਜਾਂਦਾ ਹੈ। ਕਹਿੰਦੇ ਉਹ ਕੇਵਲ ਇੱਕ ਬੰਦੇ ਦੇ ਨਾਲ ਵਿਚਾਰਾ ਕਰਦੇ ਨੇ, ਉਹ ਸੰਤ ਦੇ ਨਾਲ ਜਿਹੜੇ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ, ਟੁੱਟਿਆਂ ਦੀ ਸੰਗਤ ਨਹੀਂ ਕਰਦੇ।
ਪਰਮੇਸ਼ਰ ਨੂੰ ਜਿਨ੍ਹਾਂ ਨੇ ਵਸਾਰਿਆ ਆ ਉਹਨਾਂ ਦੀ ਸੰਗਤ ਨਹੀਂ ਕਰਦੇ, ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਨਾਲ ਵਿਚਾਰਾਂ ਕਰਦੇ ਨੇ। ਕਹਿੰਦੇ ਮਿਲੇ ਅਸੰਤ ਮਸ਼ਟ ਕਰ ਲਈਏ, ਮਸ਼ਟ ਦਾ ਹੁੰਦਾ ਚੁੱਪ ਕਰ ਜਾਣਾ। ਕਹਿੰਦੇ ਜੇਕਰ ਕੋਈ ਪਰਮੇਸ਼ਰ ਤੋਂ ਟੁੱਟਾ ਮਿਲ ਪਿਆ ਨਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਚਾਹੇ ਉਹਨਾਂ ਦੇ ਨਾਲ ਮਲਾਪ ਹੋ ਗਿਆ ਜਿਹੜੇ ਪਰਮੇਸ਼ਰ ਦੇ ਪਿਆਰੇ, ਕਹਿੰਦੇ ਜਿਹੜੇ ਪਰਮੇਸ਼ਰ ਤੋਂ ਟੁੱਟੇ ਹੋਏ ਨੇ ਉਹਨਾਂ ਦੀ ਸੰਗਤ ਨਹੀਂ ਕਰਦੇ, ਉਹਨਾਂ ਦੇ ਨਾਲ ਆਪਣੇ ਮੂੰਹ ਨਹੀਂ ਖੋਲਦੇ, ਉਹਨਾਂ ਦੇ ਨਾਲ ਹੀ ਵਿਚਾਰ ਕਰਦੇ ਨੇ ਜਿਹੜੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਨੇ। ਤੇ ਅਖੀਰ ਵਾਲੇ ਵਚਨਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹੋ ਕਬੀਰ ਸ਼ੂਸ਼ਾ ਘਾਟ ਬੋਲੇ, ਭਰਿਆ ਹੋਏ ਸੋ ਕਹੂੰ ਨਾ ਡੋਲੇ। ਕਹਿੰਦੇ ਜਿਹੜਾ ਖਾਲੀ ਹੁੰਦਾ ਨਾ, ਸ਼ੂਸ਼ਾ ਦਾ ਅਰਥ ਹੁੰਦਾ ਖਾਲੀ। ਕਹੋ ਕਬੀਰ ਸ਼ੂਸ਼ਾ ਘਟ ਹਿਰਦਾ ਬੋਲੇ, ਉਹਦੇ ਹਿਰਦੇ ਬੋਲਦੇ ਨੇ ਜਿਹੜਾ ਖਾਲੀ ਹੈ। ਦੇਖੋ ਭਾਂਡਾ ਭਰਿਆ ਹੋਵੇ ਨਾ ਤੇ ਉਹਨੂੰ ਟਨਕਾ ਕੇ ਵੇਖਿਆ ਜਾਵੇ, ਉਹ ਆਵਾਜ਼ ਬਹੁਤ ਘੱਟ ਦਿੰਦਾ ਹੈ, ਤੇ ਜਿਹੜਾ ਖਾਲੀ ਭਾਂਡਾ ਹੈ, ਢੋਲ ਖਾਲੀ ਹੁੰਦੇ ਨੇ ਅੰਦਰ, ਉੱਤੇ ਆਵਾਜ਼ ਵੱਧ ਹੁੰਦੀ ਉਹਨਾਂ ਦੀ। ਹੋਰ ਕਿੰਨੇ ਸਾਜ਼ ਵੇਖ ਲਈਏ ਜਿਨ੍ਹਾਂ ਦੇ ਅੰਦਰ ਹਵਾ ਬਣ ਜਾਂਦੀ ਹੈ ਤੇ ਉਹ ਉਹਨਾਂ ਦੀ ਜਿਹੜੀ ਧੁਨੀ ਬਾਹਰ ਹੁੰਦੀ, ਕਹਿੰਦੇ ਖਾਲੀ ਬਹੁਤ ਬੋਲਦੇ ਨੇ। ਪਰ ਜਿਨ੍ਹਾਂ ਦੇ ਅੰਦਰ ਬੰਦਗੀ ਵਸ ਗਈ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਵਾਂਗ ਸ਼ਾਂਤ ਰਹਿੰਦੇ ਨੇ, ਸਹਿਜ ਦੇ ਵਿੱਚ ਰਹਿੰਦੇ ਨੇ। ਇਸੇ ਤਰ੍ਹਾਂ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੇ ਉੱਪਰ ਇੱਥੇ ਉਹਨਾਂ ਮੱਖਣ ਸ਼ਾਹ ਲਵਾਉਣਾ, ਵੇਖੋ ਉਹਦਾ ਜਹਾਜ਼ ਡੁੱਬ ਰਿਹਾ ਹੈ। ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ, ਗੁਰੂ ਪੂਰੇ ਨੇ ਅਰਦਾਸ ਕਬੂਲ ਕੀਤੀ ਹੈ ਕਿ ਮੇਰੇ ਸਿੱਖ ਨੇ ਹਿਰਦੇ ਤੋਂ ਭਰੋਸਾ ਬਣਾ ਕੇ ਅਰਦਾਸ ਕੀਤੀ ਹੈ ਕਿ ਉਸ ਅਰਦਾਸ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੁਣਿਆ, ਗੁਰੂ ਨਾਨਕ ਦੀ ਗੱਦੀ ਨੇ ਸੁਣਿਆ। ਹੁਣ ਵੇਖੋ ਮੱਖਣ ਸ਼ਾਹ ਲਵਾਣੇ ਦਾ ਸਾਨੂੰ ਪਤਾ ਹੋਣਾ ਚਾਹੀਦਾ ਕੌਣ ਸੀ। ਹੁਣ ਆਪਣੀਆਂ ਸੁਰਤੀਆਂ ਫਿਰਦੀਆਂ 517 ਈਸਵੀ ਦੇ ਵਿੱਚ ਲੈ ਕੇ ਜਾਈਏ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਮਾਂ ਹੈ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਾਕਿਸਤਾਨ ਦੇ ਵਿੱਚ ਮੁਜ਼ੱਫਰਾਬਾਦ ਜਾਂਦੇ ਆ ਨਾ, ਮੁਜ਼ੱਫਰਾਬਾਦ ਦੇ ਲਾਗੇ ਉੱਥੇ ਜਾ ਕੇ ਇਹਨਾਂ ਨੇ ਆਪਣਾ ਟਿਕਾਣਾ ਕੀਤਾ ਭਾਈ ਮਰਦਾਨਾ ਜੀ ਨਾਲ ਨੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨਾ ਉੱਥੇ ਸਵਾਲ ਕਰਦੇ ਨੇ ਭਾਈ ਮਰਦਾਨੇ ਨੂੰ, ਕਹਿੰਦੇ ਇਹ ਜਿਹੜਾ ਇੱਕ ਗ੍ਰਹਿ ਘਰ ਨੂੰ ਵੇਖਦੇ ਨੇ, ਇਹ ਕਿਸਕਾ ਗ੍ਰਹਿ ਹੈ? ਜਿਹੜੀਆਂ ਸਾਡੀਆਂ ਜਨਮ ਸਾਖੀਆਂ ਉਹਨਾਂ ਦੇ ਬਚਨ ਨੇ, ਇਹ ਕਿਸਕਾ ਗ੍ਰਹਿ? ਜਿਸ ਗ੍ਰਹਿ ਹੈ ਚਾਰ ਪੰਚਮ ਝੂਲੇ, ਪੰਚਮ ਦਾ ਹੁੰਦਾ ਝੰਡੇ। ਪ੍ਰਾਤਨ ਸਮਿਆਂ ਦੇ ਵਿੱਚ ਨਾ ਆਮ ਹੀ ਇੱਕ ਗੱਲਾਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਕਿ ਤੇਰੇ ਕੋਲ ਕੀ ਹੈ, ਤੇ ਅੱਗੋਂ ਜਵਾਬ ਹੁੰਦਾ ਸੀ ਜੇਕਰ ਮੇਰੇ ਕੋਲ ਕੱਖ ਨਹੀਂ ਤੇ ਤੇਰੇ ਕਿਹੜਾ ਝੰਡੇ ਝੂਲਦੇ ਨੇ। ਇਸ ਤਰ੍ਹਾਂ ਕਰਕੇ ਬਚਨ ਹੁੰਦੇ ਸੀ। ਇਹਨਾਂ ਦਾ ਵੀ ਕੋਈ ਅਰਥ ਸੀ ਕਿ ਤੇਰੇ ਜਿਹੜਾ ਝੰਡੇ ਝੂਲਦੇ ਨੇ। ਹੁਣ ਇਹ ਝੰਡੇ ਝੂਲਣ ਵਾਲੀ ਜਦੋਂ ਗੱਲ ਦੀ ਖੋਜ ਕਰੀਦੀ ਆ ਨਾ, ਤੇ ਅਕਬਰ ਦਾ ਇੱਕ ਮੰਤਰੀ ਹੋਇਆ ਜਿਹਦਾ ਨਾਮ ਸੀ ਟੋਡਰਮਲ। ਉਹਨੇ ਜਦੋਂ ਆ ਜ਼ਮੀਨਾਂ ਦੇ ਸਾਰੇ ਕਾਨੂੰਨ ਤਿਆਰ ਕੀਤੇ ਆ ਨਾ, ਜਿਸ ਤਰ੍ਹਾਂ ਜਮਾਬੰਦੀ, ਗਰਦੌਰੀ, ਇੰਤਕਾਲ ਆਦਿ ਹੋਰ ਕਿੰਨੇ ਕਾਨੂੰਨ ਨੇ ਜ਼ਮੀਨਾਂ ਦੇ, ਇਹ ਜਦੋਂ ਉਹਨੇ ਸਾਰੇ ਤਿਆਰ ਕੀਤੇ ਨੇ ਟੋਡਰਮਲ ਨੇ, ਤੇ ਹੁਣ ਜਿਹਦੇ ਕੋਲ ਇੱਕ ਮੋਹਰ ਹੁੰਦੀ ਸੀ ਉਹ ਆਪਣੇ ਘਰ ਦੇ ਵਿੱਚ ਇੱਕ ਝੰਡਾ ਲਾਉਂਦਾ ਸੀ, ਭਾਵ ਅਮੀਰੀ ਹੈ। ਜਿਹਦੇ ਕੋਲ ਬਹੁਤ ਕੁਝ ਹੁੰਦਾ ਸੀ ਉਹ 3-4 ਵੱਧ ਝੰਡੇ ਲਾ ਲੈਂਦਾ ਸੀ। ਇਸੇ ਤਰ੍ਹਾਂ ਉੱਥੋਂ ਇਹ ਝੰਡਿਆਂ ਦੀ ਜਿਹੜੀ ਸਥਾਪਨਾ ਸ਼ੁਰੂ ਹੁੰਦੀ ਹੈ। ਤੇ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਮੁਜ਼ੱਫਰਾਬਾਦ ਲਾਗੇ ਪਹੁੰਚਦੇ ਨੇ ਤੇ ਉੱਥੇ ਕੀ ਵੇਖਦੇ ਨੇ, ਉੱਥੇ ਜਾ ਕੇ ਵੇਖਿਆ ਕਿ ਇੱਕ ਘਰ ਨਾਲ 4 ਪਰਚਮ 4 ਝੰਡੇ ਝੂਲਦੇ ਪਏ ਨੇ। ਤੇ ਹੁਣ ਇਹ ਹਿਸਾਬ ਲਾ ਲਿਆ ਜਾਵੇ ਜਿਹਦੇ ਘਰ ਦੇ ਉੱਪਰ 4 ਝੰਡੇ ਝੂਲਦੇ ਨੇ ਤੇ ਅਮੀਰੀ ਵੀ ਬਹੁਤ ਹੋਵੇ। ਹੁਣ ਉਹ 4 ਝੰਡਿਆਂ ਵਾਲਾ ਜਿਹੜਾ ਗੁਰਮੁਖ ਸੀ ਨਾ, ਉਹਨਾਂ ਨੇ ਜਦੋਂ ਗੁਰੂ ਨਾਨਕ ਦਾ ਸ਼ਬਦ ਸਰਵਣ ਕੀਤਾ ਤੇ ਉਹ ਸ਼ਬਦ ਦੇ ਵਿੱਚ ਇੰਨਾ ਕੁ ਮਗਨ ਹੋ ਗਿਆ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਧਰਤੀ ਤੋਂ ਅੱਗੇ ਚਾਲਾ ਪਾਉਣਾ ਸੀ ਤੇ ਬਹੁਤ ਪ੍ਰੇਮ ਪੈ ਗਿਆ ਗੁਰੂ ਦੇ ਨਾਲ। ਤੇ ਉਹਨਾਂ ਦਾ ਨਾਮ ਪਤਾ ਕੀ ਸੀ? ਬਾਬਾ ਸੌਣ। ਤੇ ਬਾਬਾ ਸੌਣ ਬੇਨਤੀ ਕਰਦਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ, ਅਰਜ਼ੋਈ ਕਰਦਾ ਹੈ, ਚਰਨਾਂ ਦੇ ਵਿੱਚ ਢਹਿ ਪੈਂਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਸੀਂ ਇਸ ਧਰਤੀ ਤੋਂ ਅੱਗੇ ਨਾ ਜਾਓ, ਮੇਰਾ ਦਿਲ ਨਹੀਂ ਲੱਗਣਾ, ਚਾਹੇ ਮੈਨੂੰ ਵੀ ਨਾਲ ਲੈ ਜਾਓ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਇੱਕ ਸ਼ਬਦ ਕਿਹਾ ਸੀ, ਕਹਿੰਦੇ ਬਾਬਾ ਸੌਣ ਜੇਕਰ ਦੇਹ ਦੇ ਨਾਲ ਜੁੜੇਗਾ ਤੇ ਕਦੀ ਮਲਾਪ ਨਹੀਂ ਹੋਣਾ, ਜੇਕਰ ਸ਼ਬਦ ਦੇ ਨਾਲ ਜੁੜੇਗਾ ਤੇ ਕਦੀ ਵਿਛੋੜਾ ਨਹੀਂ ਹੋਵੇਗਾ।
ਇਹ ਜਿਹੜਾ ਅਸੀਂ ਗੱਲ ਕਰਦੇ ਨਾ ਕਿ ਆ ਭਾਈ ਅਕਾਲ ਜੀ ਤਵੇ ਚਲਾਏ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਾਬੇ ਸੌਣ ਨੂੰ ਕਹਿ ਰਹੇ ਨੇ, ਕਹਿੰਦੇ ਜੇਕਰ ਦੇਹ ਦੇ ਨਾਲ ਜੁੜੇਗਾ ਕਦੀ ਮਲਾਪ ਨਹੀਂ ਹੋਣਾ, ਜੇਕਰ ਸ਼ਬਦ ਦੇ ਨਾਲ ਜੁੜ ਜਾਏਗਾ ਤੇ ਕਦੀ ਵਿਛੋੜਾ ਨਹੀਂ ਹੋਵੇਗਾ। ਇੰਨੀ ਗੱਲ ਨਹੀਂ, ਜੇਕਰ ਸ਼ਬਦ ਦੇ ਨਾਲ ਜੁੜ ਗਿਆ ਤੇ ਤੇਰੀਆਂ ਕੁੱਲਾਂ ਦਾ ਵਿਛੋੜਾ ਵੀ ਨਹੀਂ ਹੋਵੇਗਾ, ਤੇਰੀਆਂ ਕੁੱਲਾਂ ਦਾ ਵੀ ਮਲਾਪ ਹੀ ਬਣਿਆ ਰਹੇਗਾ, ਸਦਾ ਅੰਗ ਸੰਗੀ ਰਵਾਂਗੇ ਜੇਕਰ ਸ਼ਬਦ ਦੇ ਨਾਲ ਜੁੜੇਗਾ। ਇਹ ਬਾਬਾ ਸੌਣ ਕੌਣ ਸੀ? ਬਾਬੇ ਸੌਣ ਦਾ ਪੁੱਤਰ ਸੀ ਬਾਬਾ ਅਰਥਾ, ਬਾਬੇ ਅਰਥੀ ਦਾ ਪੁੱਤਰ ਸੀ ਬਾਬਾ ਬਿੰਨਾ, ਬਾਬੇ ਬਿੰਨੇ ਦਾ ਪੁੱਤਰ ਸੀ ਬਾਬਾ ਦਾਸਾ, ਬਾਬੇ ਦਾਸੇ ਦਾ ਪੁੱਤਰ ਸੀ ਮੱਖਣ ਸ਼ਾਹ ਲਵਾਣਾ। ਇਹ ਕਿਤੇ ਨਾ ਕਿਤੇ ਜਿਹੜਾ ਸੰਬੰਧ ਹੈ ਇਹ ਗੁਰੂ ਨਾਨਕ ਤੋਂ ਮੱਖਣ ਸ਼ਾਹ ਲਵਾਣੇ ਦਾ ਜਿਹੜਾ ਪਰਿਵਾਰ ਹੈ ਨਾ, ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜੁੜਿਆ ਹੋਇਆ ਹੈ। ਉਹਨਾਂ ਇਵੇਂ ਦੀ ਅਰਦਾਸ ਕਰਦੀ, ਕਿਤੇ ਨਾ ਕਿਤੇ ਬਹੁਤ ਜਿਹੜਾ ਪਿਛੋਕੜ ਸੰਬੰਧ ਜੁੜਿਆ ਹੋਇਆ ਹੈ ਮੱਖਣ ਸ਼ਾਹ ਲਵਾਣੇ ਦਾ। ਉਹਨਾਂ ਉਹ ਜਿਹੜੀ ਗੱਲ ਕਹੀ ਨਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿ ਜੇਕਰ ਸ਼ਬਦ ਦੇ ਨਾਲ ਜੁੜ ਜਾਏਗਾ ਤੇ ਕੁੱਲਾਂ ਦਾ ਵਿਛੋੜਾ ਨਹੀਂ ਪਵੇਗਾ। ਉਹੀ ਗੱਲ ਹੋ ਗਈ, ਮੱਖਣ ਸ਼ਾਹ ਲਵਾਣਾ ਫਿਰ ਅਰਦਾਸ ਕਰ ਰਿਹਾ ਹੈ ਕਿ ਉਹ ਕੁੱਲਾਂ ਦਾ ਵਿਛੋੜਾ ਨਹੀਂ ਹੈ, ਮਲਾਪ ਹੈ। ਉਹ ਮਲਾਪ ਕਿਸ ਤਰ੍ਹਾਂ ਹੈ? ਉਹ ਅਰਦਾਸ ਕਬੂਲ ਹੋਈ ਹੈ ਕਿ ਉੱਥੇ ਫਿਰ ਬਾਬੇ ਬਕਾਲੇ ਦੀ ਧਰਤੀ ਦੇ ਉੱਪਰ ਇਹ ਗੱਲ ਕਹੀ ਹੈ, ਗੁਰੂ ਲਾਗੂ ਰੇ ਗੁਰੂ ਲਾਗੂ ਰੇ। ਕਿਉਂਕਿ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਜਦੋਂ ਦਿੱਲੀ ਦੀ ਧਰਤੀ ਦੇ ਉੱਪਰ ਆਪਣਾ ਤਨ ਤਿਆਗਦੇ ਨੇ ਤੇ ਮੁਖ ਤੋਂ ਇੱਕ ਬਚਨ ਕਹਿੰਦੇ ਨੇ, ਬਾਬਾ ਵਸੇ ਗ੍ਰਾਮ ਬਕਾਲੇ। ਹੁਣ ਪ੍ਰਾਤਨ ਸਮਿਆਂ ਦੇ ਵਿੱਚ ਬਾਬਾ ਸ਼ਬਦ ਦਾਦਾ ਜੀ ਲਈ ਵਰਤਿਆ ਜਾਂਦਾ ਸੀ। ਇਸੇ ਕਰਕੇ ਇਤਿਹਾਸਕ ਬਚਨ ਨੇ, ਉਹਨਾਂ ਨੇ ਇਹ ਬਚਨ ਕਹੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਅੰਕਿਤ ਨੇ। ਇਹ ਬਚਨ ਕਹਿ ਰਹੇ ਨੇ ਕਿ ਬਾਬਾ ਵਸੇ ਗ੍ਰਾਮ ਬਕਾਲੇ, ਦਾਦੇ ਨੂੰ ਬਾਬਾ ਕਿਹਾ ਜਾਂਦਾ ਸੀ। ਹੁਣ ਵੇਖੋ ਮੱਖਣ ਸ਼ਾਹ ਲਵਾਣੇ ਦਾ ਜਿਹੜਾ ਪਿਛਲਾ ਪਰਿਵਾਰ ਹੈ, ਪਿਛੋਕੜ ਹੈ, ਕਿੱਥੋਂ ਲੈ ਕੇ ਕਿੰਨੀ ਪੰਜਵੀਂ ਪੀੜ੍ਹੀ ਹੈ ਮੱਖਣ ਸ਼ਾਹ ਲਵਾਣੇ ਦੀ ਜਿਹੜੀ ਗੁਰੂ ਨਾਨਕ ਦੇ ਘਰ ਦੇ ਨਾਲ ਜੁੜੀ ਹੋਈ ਹੈ। ਸਭ ਤੋਂ ਪਹਿਲਾਂ ਕੌਣ ਜੁੜਿਆ ਹੈ? ਬਾਬਾ ਸੌਣ ਜੁੜਿਆ ਹੈ। ਫਿਰ ਬਾਬਾ ਸੌਣ ਤੋਂ ਬਾਅਦ ਬਾਬਾ ਅਰਥਾ ਹੁੰਦਾ ਹੈ, ਬਾਬੇ ਅਰਥੇ ਤੋਂ ਬਾਅਦ ਬਾਬਾ ਬਿੰਨਾ ਹੁੰਦਾ ਹੈ, ਬਾਬੇ ਬਿੰਨੇ ਤੋਂ ਬਾਅਦ ਬਾਬਾ ਦਾਸਾ ਹੁੰਦਾ ਹੈ, ਬਾਬੇ ਦਾਸੇ ਤੋਂ ਬਾਅਦ ਮੱਖਣ ਸ਼ਾਹ ਲਵਾਣਾ ਹੁੰਦਾ ਹੈ ਤੇ ਉਹ ਵੀ ਗੁਰੂ ਦੇ ਨਾਲ ਜੁੜਿਆ ਹੈ। ਹੁਣ ਇੱਕ ਗੱਲ ਹੋਰ, ਜਦੋਂ ਬਾਬਾ ਦਾਸਾ ਜਿਹੜਾ ਮੱਖਣ ਸ਼ਾਹ ਲਵਾਣਾ ਦਾ ਪਿਤਾ ਸੀ, ਉਹਨਾਂ ਦਾ ਜਦੋਂ ਦੇਹਾਂਤ ਹੋਇਆ ਨਾ ਤੇ ਗੁਰੂ ਹਰਿਰਾਏ ਪਾਤਸ਼ਾਹ ਜੀ ਨੇ 1660 ਈਸਵੀ ਦੇ ਵਿੱਚ ਆਪ ਆਪਣੇ ਹੱਥੀਂ ਸੰਸਕਾਰ ਕੀਤਾ ਇਹਨਾਂ ਦਾ। ਤੇ ਕਿੰਨੀਆਂ ਕੁ ਰਹਿਮਤਾਂ ਹੋਣਗੀਆਂ ਮੱਖਣ ਸ਼ਾਹ ਲਵਾਣੇ ਦੇ ਪਰਿਵਾਰ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ, ਗੁਰੂ ਨਾਨਕ ਦੇ ਦਰ ਦੀਆਂ ਕਿੰਨੀਆਂ ਕੁ ਰਹਿਮਤਾਂ ਹੋਣਗੀਆਂ। ਇਸੇ ਤਰ੍ਹਾਂ ਜਦੋਂ ਉਹਨਾਂ ਨੇ ਉੱਥੇ ਹੁਣ ਇੱਕ ਪਾਸੇ ਧੀਰ ਵੱਲ ਹੈ ਤੇ ਬਹੁਤ ਸਾਰੇ ਜਿਹੜੇ ਲੋਕ ਨੇ ਨਾ ਉਹ ਧੀਰ ਵੱਲ ਨੂੰ ਪੁੱਛਦੇ ਨੇ। ਕਿਉਂ ਉਹ ਧੀਰ ਵੱਲ ਦੇ ਵੱਧ ਨੇ? ਕਿਉਂਕਿ ਜਿਹੜਾ ਹੱਥ ਲਿਖਤ ਵੀਰ ਸੀ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਉਹ ਵੀਰ ਧੀਰ ਵੱਲ ਦੇ ਪੁੱਤ ਸੀ ਤੇ ਬਹੁਤੇ ਜਿਹੜੇ ਭੋਲੇ ਵਾਲੇ ਸਿੱਖ ਸਨ ਉਹ ਧੀਰ ਵੱਲ ਨੂੰ ਗੁਰੂ ਮੰਨ ਕੇ ਬੈਠ ਗਏ। ਪਰ ਉੱਥੇ ਇੱਕ ਸਮੇਂ ਦੀ ਬੜੀ ਕੀਤੀ ਗਈ ਹੈ। ਵੇਖੋ ਭਾਵੇਂ ਉਹ ਘੋੜੇ ਦੇ ਵਿੱਚ ਬੰਦਗੀ ਕਰ ਰਹੇ ਨੇ, ਧੀਰ ਮਨ ਵਰਗੇ ਤੇ ਬਾਹਰ ਬੈਠੇ ਹੋਏ ਨੇ, ਬਾਹਰ ਨਾਲ ਪਤਾ ਨਹੀਂ ਕਿੰਨੇ ਚੇਲੇ ਚੱਕਦੇ ਨੇ, ਹੋਰ ਜਿੰਨੀਆਂ ਉੱਥੇ ਮੰਜੀਆਂ ਲੱਗੀਆਂ ਨੇ, ਨਾਲ 4 ਜਾਂ 5 ਸੰਗੀ ਨੇ ਸਾਰਿਆਂ ਦੇ ਕਿ ਇਹ ਨੇ ਗੁਰੂ, ਇਹ ਨੇ ਗੁਰੂ, ਨੌਵੇਂ ਗੁਰੂ ਇਹ ਨੇ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਉੱਥੇ ਇਹ ਗੱਲ ਨਹੀਂ ਕਹਿ ਰਹੇ ਕਿ ਅਸੀਂ ਗੁਰੂ ਹਾਂ। ਇਹ ਗੱਲ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਨਾ, ਉਹਨਾਂ ਇੱਕ ਵਾਰ ਵੀ ਘੋੜੇ ਦੇ ਵਿੱਚੋਂ ਬਾਹਰ ਨਿਕਲ ਕੇ ਗੱਲ ਨਹੀਂ ਕਹੀ ਕਿ ਮੇਰੇ ਅੱਗੇ ਮੱਥਾ ਟੇਕੋ ਜਾਂ ਮੈਂ ਗੁਰੂ ਹਾਂ। ਦੂਸਰੇ ਸਾਰੇ ਕਹਿ ਰਹੇ ਨੇ ਕਿ ਮੈਂ ਗੁਰੂ ਹਾਂ, ਮੈਂ ਗੁਰੂ ਹਾਂ। ਪਰ ਜਿਹੜਾ ਗੁਰੂ ਹੁੰਦਾ ਨਾ ਪ੍ਰਗਟ ਹੋ ਜਾਂਦਾ ਹੈ, ਗੁਰੂ ਸਾਹਮਣੇ ਆ ਜਾਂਦਾ। ਹੁਣ ਕੱਲ ਅਸੀਂ ਜਦੋਂ ਆਰੰਭਤਾ ਕੀਤੀ ਹੈ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਤਿਹਾਸ ਦੀ, ਉੱਥੇ ਜਦੋਂ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਉਹ ਬਚਨ ਕਹੇ ਨੇ ਕਿ ਤੁਸੀਂ ਨਮਸਕਾਰ ਕਿਉਂ ਕੀਤੀ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੱਗੇ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸਵਾਲ ਪੁੱਛਿਆ ਕਿ ਉੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਸੀ, ਜਿਹੜਾ ਬਚਨ ਸੀ ਮਹਾਪ੍ਰਚੰਡ। ਮਹਾਪ੍ਰਚੰਡ ਦਾ ਅਰਥ ਸੀ ਕਿ ਸੰਸਾਰ ਦੇ ਅੰਦਰ ਇਹੋ ਜਿਹੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਉਣਗੇ, ਇੰਨੇ ਕੋ ਪ੍ਰਗਟ ਹੋ ਜਾਣਗੇ ਕਿ ਸਾਰੀ ਦੁਨੀਆ ਉਹਨਾਂ ਨੂੰ ਯਾਦ ਰੱਖੇਗੀ। ਤੇ ਉੱਥੇ ਫਿਰ ਮੱਖਣ ਸ਼ਾਹ ਲਵਾਣੇ ਨੇ
ਉਹ ਜਿਹੜੇ ਸਿੱਕੇ ਰੱਖਦਾ ਪੰਜ ਸਾਰਿਆਂ ਦੇ ਅੱਗੇ ਰੱਖਿਆ ਗਿਆ। ਤੇ ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੱਗੇ ਪੁੱਜਾ ਏ ਤੇ ਫਿਰ ਕਹਿੰਦੇ ਇੰਨੇ ਬਣਦੇ ਤੇ ਨਹੀਂ ਹੈ, ਸਿੱਕੇ ਰੱਖ ਦਿੱਤੇ ਨੇ। ਉੱਥੇ ਰੋਕ ਲਿਆ ਮੱਖਣੇ ਸ਼ਾਹ ਰਬਾਣੀ ਨੂੰ ਕਿ ਜਿੰਨੇ ਮਨਜ਼ੂਰ ਕਰਕੇ ਆਇਆ ਨਾ, ਜਿੰਨਿਆਂ ਦੀ ਅਰਦਾਸ ਕੀਤੀ ਆ, ਗੁਰੂ ਨੂੰ ਸਿੱਕਿਆਂ ਦੀ ਭੁੱਖ ਨਹੀਂ ਹੈ, ਗੁਰੂ ਨੂੰ ਧਨ ਦੌਲਤ ਦੀ ਭੁੱਖ ਨਹੀਂ ਹੈ, ਪਰ ਉੱਥੇ ਇੱਕ ਬਹੁਤ ਵੱਡੀ ਪਰਖ ਹੋਈ ਹੈ। ਉਸ ਪਰਖ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਇਹ ਗੱਲ ਕਹੀ ਨਾ ਕਿ ਜਿੰਨੇ ਕਿਹਾ ਸੀ ਉਹਨੇ ਰੱਖੇ ਨਹੀਂ ਹੈ, ਉਹ ਫਿਰ ਜਿੰਨੇ ਬਣਦੇ ਸੀ ਉਹਨੇ ਉਹ ਮੋਹਰਾਂ ਅੱਗੇ ਰੱਖ ਦਿੱਤੇ। ਉਹ ਮੋਹਰਾਂ ਰੱਖ ਕੇ ਫਿਰ ਉਥੋਂ ਮੱਖਣੇ ਸ਼ਾਹ ਰਬਾਣੀ ਨੇ ਗੁਰੂ ਤੋਂ ਬਚਨ ਕਹੇ ਨੇ, ਗੁਰੂ ਲਾਗੂ ਤੇ ਗੁਰੂ ਲਾਗੂ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਲੱਭ ਗਏ ਨੇ, ਸਿੱਖਾਂ ਦੇ ਨੌਵੇਂ ਗੁਰੂ ਪ੍ਰਗਟ ਹੋ ਗਏ ਨੇ। ਹੁਣ ਇੱਕ ਗੱਲ ਹੋਰ, ਜਿਹੜਾ ਸਿੱਖ ਧਰਮ ਦੇ ਅੰਦਰ ਬਹਾਦਰੀ ਦੇ ਖਿਤਾਬ ਦਿੱਤੇ ਗਏ ਹਨ, ਸਭ ਤੋਂ ਪਹਿਲਾ ਬਹਾਦਰੀ ਦਾ ਖਿਤਾਬ ਜਿਹੜਾ ਮਿਲਦਾ ਹੈ ਸਿੱਖ ਧਰਮ ਦੇ ਅੰਦਰ, ਉਹ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਮਿਲਦਾ ਹੈ, ਬਹਾਦਰ ਬਾਬਾ ਬਿਧੀ ਚੰਦ ਜੀ। ਤੇ ਦੂਸਰੇ ਨੰਬਰ ਤੇ ਜਿਹੜਾ ਬਹਾਦਰੀ ਦਾ ਖਿਤਾਬ ਹੈ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਕਿਉਂਕਿ ਇਤਿਹਾਸ ਦੇ ਅੰਦਰ ਪਹਿਲਾ ਨਾਮ ਤਿਆਗ ਮੱਲ ਵੀ ਆਉਂਦਾ ਹੈ ਤੇ ਤਿਆਗ ਮੱਲ ਨੂੰ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ ਗਿਆ, ਕਿਉਂਕਿ ਕਰਤਾਰਪੁਰ ਦੇ ਅੰਦਰ ਜਿਹੜੇ ਤੇਗ ਦੇ ਨਾਲ ਇਹਨਾਂ ਨੇ ਜੌਹਰ ਵਿਖਾਏ ਸੀ, ਉਹਦੇ ਤੋਂ ਨਾਮ ਬਦਲ ਕੇ ਤੇਗ ਬਹਾਦਰ ਕੀ, ਤੇਗ ਦੇ ਧਣੀ ਨੇ। ਤੇ ਸਿੱਖਿਆ ਕਿੱਥੋਂ ਲਈ? ਬਾਬਾ ਬੁੱਢਾ ਸਾਹਿਬ ਜੀ ਤੋਂ। ਸ਼ਸਤਰ ਵਿਦਿਆ ਬਾਬਾ ਬੁੱਢਾ ਸਾਹਿਬ ਜੀ ਤੋਂ ਸਿੱਖੀ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ। ਤੇ ਉਹ ਜਿਹੜਾ ਨਾਮ ਸੀ, ਨਾਮਕਰਨ ਹੀ ਏਡਾ ਵੱਡਾ ਹੋ ਗਿਆ ਕਿ ਉਹ ਨਾਮਕਰਨ ਦੇ ਨਾਲ ਹੀ ਜਿੱਥੇ ਕਿਤੇ ਜੰਗ ਦੇ ਮੈਦਾਨ ਦੇ ਅੰਦਰ ਤੇਗਾਂ ਵਾਹੀਆਂ ਨੇ, ਉੱਥੇ ਕਿਤੇ ਆਪਣੇ ਸੀਸ ਦੇ ਉੱਪਰ ਤੇਗਾਂ ਝੱਲੀਆਂ ਵੀ ਨੇ। ਤੇ ਉਸ ਤੇਗ ਦੇ ਵਿੱਚੋਂ ਜਿਹੜੀਆਂ ਤੇਗਾਂ ਪੈਦਾ ਹੋਈਆਂ ਨੇ ਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਤੇਗ ਪਹਿਨ ਕੇ ਤੇ ਦੁਸ਼ਮਣ ਦੀਆਂ ਪਤਾ ਨਹੀਂ ਕਿੰਨੀਆਂ ਕੁ ਤੇਗਾਂ ਪਈਆਂ ਨੇ। ਤੇਗ ਦਾ ਇਤਿਹਾਸ ਬਹੁਤ ਵੱਡਾ ਹੈ। ਇਹ ਤੇਗ ਤੱਤੀ ਤਵੀ ਦੇ ਵਿੱਚੋਂ, ਤੱਤੀ ਤਵੀ ਦੇ ਲੋਹੇ ਦੇ ਵਿੱਚੋਂ ਤੇਗ ਨਿਕਲੀ ਹੋਈ ਹੈ। ਜਿਹੜੀਆਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸੀ ਤੇ ਉਹ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਦੀਆਂ ਜਦੋਂ ਪਿੱਠਾਂ ਜੁੜ ਜਾਂਦੀਆਂ ਤੇ ਖੰਡਾ ਬਣ ਜਾਂਦਾ, ਉਹੀ ਖੰਡਾ ਖੰਡੇ ਬਾਟੇ ਦੀ ਪੌੜ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦੇ ਨਾਲ ਅੰਮ੍ਰਿਤ ਤਿਆਰ ਕੀਤਾ ਸੀ। ਇਹ ਤੇਗ ਤੱਤੀ ਤਵੀ ਤੋਂ ਨਿਕਲੀ ਹੋਈ ਹੈ, ਖੰਡਾ ਉੱਥੋਂ ਤਿਆਰ ਹੋਇਆ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪ੍ਰਗਟ ਕੀਤਾ ਗਿਆ ਹੈ ਮੱਖਣੇ ਸ਼ਾਹ ਲਵਾਣਾ ਜੀ ਵੱਲੋਂ। ਸੋ ਜਿਹੜਾ ਆਉਂਦਾ ਅਗਲਾ ਇਤਿਹਾਸ ਹੈ ਕੱਲ੍ਹ ਵਾਲੇ ਬਚਨਾਂ ਦੇ ਵਿੱਚ ਸਰਵਣ ਕਰਾਂਗੇ। ਬਹੁਤ ਵੱਡਾ ਇਤਿਹਾਸ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਉਹਨਾਂ ਦਾ 400 ਸਾਲਾ ਮਨਾਇਆ ਸਫਲ ਹੈ ਜੇਕਰ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ 2-4 ਬਚਨ ਆਪਣੇ ਜੀਵਨ ਦੇ ਅੰਦਰ ਵਸਾ ਲਈਏ ਕਿ ਭਾਵੇਂ ਕੋਈ ਵੱਡਾ ਹੋਵੇ ਭਾਵੇਂ ਛੋਟਾ ਹੋਵੇ, ਨਾ ਕਿਸੇ ਨੂੰ ਡਰਾਉਣਾ ਹੈ ਤੇ ਨਾ ਹੀ ਕਿਸੇ ਦਾ ਮਨ ਦੇ ਅੰਦਰ ਭੈ ਰੱਖਣਾ, ਨਿਰਭਉ ਹੋ ਕੇ ਰਹਿਣਾ ਹੈ ਤੇ ਪਰ ਉਪਕਾਰ ਦੇ ਲਈ ਭਾਵੇਂ ਦੂਸਰਾ ਧਰਮ ਹੋਵੇ, ਭਾਵੇਂ ਕੋਈ ਆਪਣਾ ਕੋਈ ਜਾਣਨ ਵਾਲਾ ਕੋਈ ਨਾ ਹੋਵੇ, ਪਰ ਉਪਕਾਰ ਦੇ ਕੰਮ ਲਈ ਆਪਾ ਵਾਰ ਦੇ ਲਈ ਹਮੇਸ਼ਾ ਤਿਆਰ ਰਹਿਣਾ ਹੈ। ਤੇ ਸਭ ਤੋਂ ਵੱਡੀ ਉਹਨਾਂ ਦੇ ਜੀਵਨ ਦੀ ਸਿੱਖਿਆ ਜਿਹੜੀ ਆਪਾਂ ਕੱਲ ਸਰਵਣ ਕੀਤੀ ਸੀ, ਜਦੋਂ ਜਿਹੜਾ ਲਾਲ ਚੰਦ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਹੁਰਾ ਜੀ, ਉਹਨਾਂ ਦੇ ਨਾਲ ਜਿਹੜੀ ਵਾਰਤਾਲਾਪ ਹੁੰਦੀ ਹੈ, ਹਿਰਦੇ ਅੰਗ ਤਰਜਾ ਦੀਨੀ ਪਾਸ਼ੇ ਵਸਤ ਤੈ ਕਿਆ ਰੱਖ ਦੀਨੀ, ਕਿ ਇਹ ਬਚਨ ਕਹਿ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਿ ਜੇਕਰ ਤੁਸੀਂ ਆਪਣੀ ਬੱਚੀ ਦੇ ਦਿੱਤੀ ਹੈ ਤੇ ਹੋਰ ਪਿੱਛੇ ਰੱਖ ਵੀ ਕੀ ਲਿਆ। ਇਹ ਸਭ ਤੋਂ ਵੱਡੀ ਸਿੱਖਿਆ ਉਹਨਾਂ ਦੇ ਜੀਵਨ। ਸੋ ਕਿਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ, ਅਣਜਾਣ ਜਿਹਾ ਬੱਚਾ ਸਮਝ ਕੇ ਮੁਆਫ ਕਰ ਦੇਣਾ, ਭੁੱਲਾਂ ਨਾਲ ਚਤਾਰੀਆਂ ਦੇਹੋ ਵਸੀਸ ਗੱਜ ਕੇ ਬੰਦੇ ਬੁਲਾਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਕੇਵਲ